ਅੰਮ੍ਰਿਤਸਰ ਵਿੱਚ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਅਤੇ ਸੈਂਕੜੇ ਹੀ ਅਧਿਆਪਕ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਏ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਨੇ ਦੱਸਿਆ ਕਿ 18 ਸਾਲ ਤੋਂ ਇਹ ਲੋਕ ਕੰਟਰੈਕਟ ਤੇ ਕੰਮ ਕਰ ਰਹੇ ਹਨ। ਪੰਜਾਬ ਦੀ ਕੈਪਟਨ ਸਰਕਾਰ ਨੇ ਇਲੈਕਸ਼ਨਾਂ ਵਿੱਚ ਇਹਨਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ 4.5 ਸਾਲ ਪੂਰੇ ਹੋਣ ਦੇ ਬਾਅਦ ਵੀ ਇਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਇਹ ਅਧਿਆਪਕ ਰੋਸ ਮਾਰਚ ਕੱਢ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜੇ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। यार सर मेरा नाम जसविंदर सिंह है, ब्लाक जनाला 2 ਅੰਮ੍ਰਿਤਸਰ ਤੋਂ। ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਇਹ ਰੋਸ ਮਾਰਚ ਤੁਸੀਂ ਕੱਢ ਰਹੇ ਹੋ? ਸਰ ਅਸੀਂ ਸੁੱਤੀ ਹੋਈ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ। ਸਾਨੂੰ ਜਿਹੜਾ ਵਾ 17 ਸਾਲ ਹੋ ਗਿਆ ਸਕੂਲ ਦੇ ਵਿੱਚ ਕੱਚੇ ਅਧਿਆਪਕ ਤੌਰ ਤੇ ਕੰਮ ਕਰਦਿਆਂ ਨੂੰ। ਸਕੂਲਾਂ ਵੱਲੋਂ ਸਾਡੇ ਕੋਲ ਸਾਰਾ ਕੰਮ ਲਿਆ ਜਾਂਦਾ ਹੈ ਜਿਹੜਾ ਇੱਕ ਪੱਕੇ ਅਧਿਆਪਕ ਕੋਲ ਲਿਆ ਜਾਂਦਾ ਵਾ। ਤੇ ਕੈਪਟਨ ਸਾਹਿਬ ਦੀ ਜਦੋਂ ਆਪਣੀ ਇਲੈਕਸ਼ਨ ਸੀਗੀ 2017 ਦੀ, ਉਦੋਂ ਪਹਿਲਾਂ ਆਣ ਕੇ ਨਾ ਮਹਾਲੀ ਸਾਡਾ ਧਰਨਾ ਚੱਲਿਆ ਸੀ 419 ਦਿਨ ਦਾ। ਉਹਦੇ ਵਿੱਚ ਆਣ ਕੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਰਕਾਰ ਬਣਨ ਤੇ ਸਾਰ ਹੀ ਤੁਹਾਨੂੰ ਪਹਿਲੀ ਕੈਬਨਿਟ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਤੁਹਾਨੂੰ ਪੱਕਾ ਕਰ ਦਿੱਤਾ ਜਾਊਗਾ ਤੇ ਤੁਹਾਡੀ ਜਿਹੜੀ ਤਨਖਾਹ ਵਾ ਇਸ ਟਾਈਮ ਤੇ ਬਹੁਤ ਘੱਟ ਆ, ਤੁਸੀਂ ਇਸ ਤਨਖਾਹ ਦੇ ਉੱਤੇ ਕਿਵੇਂ ਗੁਜ਼ਾਰਾ ਕਰਦੇ ਹੋ ਤੇ ਤੁਹਾਡੇ ਨਾਲ ਤਨਖਾਹ ਤੇ ਸਾਡੇ ਮਾਲੀ ਦੀ ਜ਼ਿਆਦਾ ਵਾ। ਤੇ ਅੱਜ ਅਸੀਂ ਉਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ 4.5 ਸਾਲ ਹੋ ਗਏ ਆ ਤੇ ਉਹ ਜਿਹੜੀ ਪਹਿਲੀ ਮੀਟਿੰਗ ਹੈ ਉਹ ਸਾਡੇ ਵਾਸਤੇ ਜ਼ਿਆਦਾ ਹੋਈ ਨਹੀਂ ਅਜੇ ਤੱਕ। ਤੇ ਇਸ ਕਰਕੇ ਅਸੀਂ ਜਿਹੜਾ ਵਾ ਉਹ ਟਾਈਮ ਦੇ ਉੱਤੇ ਅਸੀਂ ਸੰਗਰੂਰ ਰੈਲੀ ਕਰਕੇ ਆਏ ਸੀਗੇ ਤੇ ਹੁਣ ਵੀ ਆਪਾਂ ਜਿਹੜਾ ਵਾ ਉਹੀ ਮੰਗ ਪੱਤਰ ਦੇ ਰਹੇ ਹਾਂ ਵੀ ਸਾਨੂੰ ਜਿਹੜਾ ਵਾ ਉਹ ਬਿਨਾਂ ਸ਼ਰਤ ਜਿਹੜਾ ਵਾ ਉਹ ਪੱਕਾ ਕੀਤਾ ਜਾਵੇ। ਤਜਰਬੇ ਦੇ ਆਧਾਰ ਤੇ ਸਾਡਾ ਜਿਹੜਾ ਟੈਸਟ ਰੱਖਿਆ ਵਾ ਉਹ ਟੈਸਟ ਕੋਈ ਨਾ ਹੋਵੇ ਤੇ ਜਿੰਨਾ ਚਿਰ ਸਾਨੂੰ ਪੱਕੇ ਨਹੀਂ ਕਰਦੇ ਉਹਨਾਂ ਚਿਰ ਸਾਡੀ ਤਨਖਾਹ ਜਿਹੜੀ ਆ 40,000 ਪਲੱਸ ਹੋਣੀ ਚਾਹੀਦੀ ਆ ਤਾਂ ਕਿ ਸਾਡੇ ਜਿਹੜੇ ਆ ਸਾਥੀ ਉਹ ਆਪਣੇ ਘਰ ਦਾ ਗੁਜ਼ਾਰਾ ਤੇ ਕਰ ਸਕਣ। ਤੁਹਾਨੂੰ ਪਤਾ ਹੈ ਸਰ ਮਹਿੰਗਾਈ ਦਾ ਇੰਨਾ ਟਾਈਮ ਹੈ ਕਿ ਨਾ ਸਾਡੇ ਕੋਲ ਬੱਚਿਆਂ ਦੀਆਂ ਫੀਸਾਂ ਦੇ ਰਹੇ। ਬੱਚੇ ਆਪਾਂ ਜਿਹੜੇ ਸਰਕਾਰੀ ਸਕੂਲਾਂ ਵਿੱਚ ਪਾਏ ਹੈਗੇ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਪਿਛਲੇ 3-4 ਸਾਲ ਤੋਂ ਪ੍ਰੀ ਪ੍ਰਾਇਮਰੀ ਕਲਾਸਾਂ ਚਲਾਈਆਂ ਹੋਈਆਂ ਉਹ ਉਹਦਾ ਸਿਰਾ ਜਿਹੜਾ ਸਾਡੇ ਕੱਚੇ ਅਧਿਆਪਕਾਂ ਨੂੰ ਜਾਂਦਾ ਵਾ। ਉਹਦੇ ਵਿੱਚ ਲਗਭਗ ਹੁਣ ਤੱਕ 3.5 ਲੱਖ ਦੇ ਲਾਗੇ ਬੰਨੇ ਜਿਹੜੇ ਸਟੂਡੈਂਟ ਆ ਅਸੀਂ ਭਰਤੀ ਕੀਤੇ ਆ। ਇਹਨਾਂ ਸਕੂਲਾਂ ਨੂੰ ਚਲਾਉਣ ਵਾਸਤੇ ਸਕੂਲ ਬੰਦ ਹੋਣ ਦੇ ਕਿਨਾਰੇ ਆਏ ਸੀ ਜਦੋਂ ਅਸੀਂ ਐਜੂਕੇਸ਼ਨ ਪ੍ਰੋਵਾਈਡਰ AISTR ਜਿਹੜੇ ਰੱਖੇ ਸੀ। ਸਰਕਾਰ ਨੂੰ ਸਾਡੀ ਜ਼ਰੂਰਤ ਸੀ ਤੇ ਸਕੂਲਾਂ ਵਿੱਚ ਸਾਨੂੰ ਲਿਆਂਦਾ ਗਿਆ ਸੀ ਤੇ ਐਜੂਕੇਸ਼ਨ ਦੇ ਮਿਆਰ ਨੂੰ ਇੰਨਾ ਚੁੱਕਣ ਦੇ ਬਾਵਜੂਦ ਵੀ ਜਿਹੜਾ ਸਰਕਾਰ ਸਾਡੀ ਕੋਈ ਗੱਲ ਨਹੀਂ ਕਰ ਰਹੀ, ਨਾ ਸਾਡੀ ਸੁਣ ਰਹੀ ਹੈ, ਨਾ ਸਾਨੂੰ ਬਰਾਬਰ ਪੇ ਬਰਾਬਰ ਜਿਹੜੀ ਤਨਖਾਹ ਵਾਲਾ ਜਿਹੜਾ ਉਹ ਕੰਮ ਵਾਲਾ ਉਹ ਕਰ ਰਹੀ ਹੈ ਸਾਡੇ ਨਾਲ ਤੇ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ। ਸਾਡਾ ਜਿਹੜਾ ਖਰਚਾ ਘਰ ਦਾ ਜਿਹੜਾ ਵਾ ਉਹ ਚਲਾਉਣਾ ਬਹੁਤ ਮੁਸ਼ਕਲ ਹੋਇਆ ਪਿਆ ਵਾ। ਸਾਡੇ ਜ਼ਿਆਦਾਤਰ ਟੀਚਰ ਤੇ ਵਿਚਾਰੇ ਖੁਦਕੁਸ਼ੀਆਂ ਕਰ ਰਹੇ। ਪਰ ਜੇਕਰ ਗੱਲ ਕਰੀਏ ਤਾਂ ਕੈਪਟਨ ਸਰਕਾਰ ਵੱਲੋਂ ਜਿਹੜੇ ਮੰਤਰੀਆਂ ਦੇ ਬੇਟਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ, ਕਿਸ ਤਰ੍ਹਾਂ ਦੇਖਦੇ ਹੋ? ਉਹ ਵੇਖੋ ਸਰ ਉਹਦੇ ਵਿੱਚ ਇਹ ਗੱਲ ਹੈ ਕਿ ਕਹਿੰਦੇ ਆ ਕਿ ਜੇਕਰ ਜ਼ਿਆਦਾ ਪੈਸੇ ਵਾਲੀ ਨੌਕਰੀ ਤੁਸੀਂ ਲੈਣੀ ਹੈ ਨਾ ਤੇ ਉਹਦੇ ਵਿੱਚ ਕੀ ਗੱਲ ਹੁੰਦੀ ਆ, ਕਹਿੰਦੇ ਉਹਦੇ ਵਿੱਚ ਤੁਹਾਡੀ ਪੜ੍ਹਾਈ ਦੀ ਜ਼ਰੂਰਤ ਨਹੀਂ ਹੁੰਦੀ, ਸਿੱਧੇ ਕੋਈ MLA ਬਣ ਜਾਓਗੇ, MLA ਦਾ ਬੇਟਾ ਬਣ ਗਿਆ, ਕੋਈ ਕੁਛ ਬਣ ਗਿਆ। ਸਾਨੂੰ ਜਦੋਂ ਆ 14-15 ਹਜ਼ਾਰ ਵਾਲੀ ਨੌਕਰੀ ਵੀ ਪ੍ਰਾਪਤ ਕਰਨ ਵਾਸਤੇ ਸਾਨੂੰ MA BEd ਪਤਾ ਨਹੀਂ ਕਿੰਨੇ ਕੋਰਸ ਕਰਨੇ ਪੈਂਦੇ ਆ, ਫਿਰ ਵੀ ਸਾਨੂੰ ਉਹਦੇ ਵਿੱਚ ਸਟਰਗਲ ਕਰਨਾ ਪੈਂਦਾ 17 ਸਾਲ, ਫਿਰ ਜਾ ਕੇ ਸਾਨੂੰ ਸਿੱਧੀ ਪਰ ਜਾ ਕੇ ਕਿਤੇ ਉਹ ਫਿਰ ਵੀ ਸਰਕਾਰ ਸਾਡੀ ਸੁਣਦੀ ਨਹੀਂ ਆ। ਸਾਨੂੰ ਤਾਂ 17-18 ਸਾਲ ਹੋ ਗਏ, ਸਾਡੀ ਤਾਂ ਸੁਣੀ ਨਹੀਂ, ਅੱਗੋਂ ਪਤਾ ਨਹੀਂ ਹੁਣ ਕੀ ਕਰਦੀ ਹੈ। ਜੇਕਰ ਤੁਹਾਡੀਆਂ ਮੰਗਾਂ ਨਾ ਪੂਰੀਆਂ ਆਈਆਂ ਤਾਂ ਫਿਰ ਅਗਲੀ ਰਣਨੀਤੀ ਕੀ? ਸਾਡੀ ਅਗਲੀ ਰਣਨੀਤੀ ਇਹ ਹੋਏਗੀ ਕਿ ਆਪਾਂ ਜਿਹੜਾ ਸੰਘਰਸ਼ ਆ ਹੋਰ ਇਸ ਤੋਂ ਤੇਜ਼ ਕਰਾਂਗੇ ਕਿ ਆਪਾਂ ਜਿਹੜਾ ਆਪਣਾ ਸੰਘਰਸ਼ ਇਸ ਤੋਂ ਹੋਰ ਤੇਜ਼ ਕਰਾਂਗੇ, ਸਰਕਾਰ ਤੇ ਹੋਰ ਪ੍ਰੈਸ਼ਰ ਬਣਾਵਾਂਗੇ। ਤੇ ਹੁਣ ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਇੰਨਾ ਚਿਰ ਹੋ ਗਿਆ ਆ ਸਾਨੂੰ ਤਜਰਬੇ ਦੇ ਆਧਾਰ ਦੇ ਉੱਤੇ, ਕਿਉਂਕਿ ਸਾਡੇ ਟੀਚਰ ਸਾਰੇ ਵੈਲ ਕੁਆਲੀਫਾਈਡ ਆ। ਕੋਈ ਇਹੋ ਜਿਹਾ ਟੀਚਰ ਨਹੀਂ ਹੈਗਾ ਜਿਹੜਾ ਪੜ੍ਹਿਆ ਲਿਖਿਆ ਨਾ ਹੋਵੇ ਜਾਂ ਜਿਹਦੇ ਕੋਲ ਕੋਈ ਨਾ ਕੋਈ ਪ੍ਰੋਫੈਸ਼ਨਲ ਡਿਗਰੀ ਨਹੀਂ ਹੈਗੀ, ਸਾਰੇ ਡਿਗਰੀ ਹੋਲਡਰ ਹੈਗੇ ਆ। 6 ਮਹੀਨੇ ਰਹਿ ਗਏ ਸਰਕਾਰ ਬਦਲਣ 'ਚ, ਚੋਣ ਜਾਬਤਾ ਲੱਗਣ ਵਾਲਾ, ਕਿਸ ਤਰ੍ਹਾਂ ਦੇਖਦੇ ਹੋ ਉਹਨੂੰ? ਦੇਖੋ ਜੀ ਇਹੀ ਤਾਂ ਕਾਰਨ ਆ ਕਿ ਜੇ ਹੁਣ ਸਰਕਾਰ ਨੇ ਸਾਡੀ ਕੁਝ ਨਾ ਸੁਣੀ ਤੇ ਅਸੀਂ ਫਿਰ ਇਹ ਆ ਵੀ ਸਰਕਾਰ ਦੇ ਵਿਰੋਧ ਵਿੱਚ ਜਿਹੜਾ ਆਪਾਂ ਉਤਰਾਂਗੇ ਹੁਣ ਥੋੜੇ ਦਿਨਾਂ ਦੇ ਵਿੱਚ ਹੀ ਤੇ ਆਪਾਂ ਜਿਹੜੇ ਉਹ ਥਾਂ ਤੇ ਰੈਲੀਆਂ ਕਰਾਂਗੇ ਤੇ ਸਰਕਾਰ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ। ਜਸਵਿੰਦਰ ਕੌਰ ਆ ਤੇ ਮੈਂ ਕੱਚੇ ਅਧਿਆਪਕ ਯੂਨੀਅਨ ਵੱਲੋਂ ਆ ਐਜੂਕੇਸ਼ਨ ਪ੍ਰੋਵਾਈਡਰ। ਸਰ ਅੱਜ ਅਸੀਂ ਇੱਥੇ DC ਆਫਿਸ ਦੇ ਵਿੱਚ ਆਏ ਆ ਆਪਣਾ ਮੰਗ ਪੱਤਰ ਦੇਣ DC ਸਾਹਿਬ ਨੂੰ ਕਿ ਜਿਹੜੇ ਸਾਡੇ ਨਾਲ ਸਰਕਾਰ ਨੇ ਪਿਛਲੇ ਸਾਲਾਂ ਦੇ ਵਿੱਚ ਵਾਅਦੇ ਕੀਤੇ ਸੀ। 2016 ਦਾ ਜਿਹੜਾ ਸਾਡਾ ਧਰਨਾ ਸੀ, ਸਭ ਤੋਂ ਲੰਬਾ ਧਰਨਾ 419 ਦਿਨਾਂ ਦਾ, ਉਹ ਸਾਡਾ ਇਹਨਾਂ ਨੇ 25 ਦਸੰਬਰ ਨੂੰ ਇਹ ਕਹਿ ਕੇ ਉਠਾਇਆ ਸੀਗਾ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਹੀ ਪੱਕੇ ਕੀਤਾ ਜਾਊਗਾ। ਦੇਖੋ 4.5 ਸਾਲ ਬੀਤ ਗਿਆ, ਅਖੀਰਲੀ ਕੈਬਨਿਟ ਮੀਟਿੰਗ ਹੋਣ ਵਾਲੀ ਆ ਤੇ ਅਜੇ ਤੱਕ ਸਾਡੀਆਂ ਜਿਹੜੀਆਂ ਇਹਨਾਂ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਉਹਨਾਂ ਵੱਲ ਬਿਲਕੁਲ ਧਿਆਨ ਨਹੀਂ ਆ। ਤੇ ਅਸੀਂ ਸਰਕਾਰ ਨੂੰ ਅੱਜ ਉਹ ਵਾਅਦਾ ਯਾਦ ਕਰਾਉਣ ਆਏ ਆ
ਕਿ ਜਿੰਨੀ ਦੇਰ ਤੱਕ ਤੁਸੀਂ ਸਾਨੂੰ ਰੈਗੂਲਰ ਨਹੀਂ ਕਰਦੇ, ਜਿੰਨੀ ਦੇਰ ਤੱਕ ਸਾਡਾ ਉਹ ਪ੍ਰੋਸੈਸ ਕੰਪਲੀਟ ਨਹੀਂ ਹੁੰਦਾ, ਜਿਹੜਾ ਤੁਸੀਂ ਕਮੇਟੀ ਬਿਠਾਈ ਹੋਈ ਹੈ ਸਾਨੂੰ ਪੱਕੇ ਕਰਨ ਵਾਸਤੇ, ਉਨੀ ਦੇਰ ਸਾਡੀ ਜਿਹੜੀ ਬਰਾਬਰ ਤਨਖਾਹ ਬਰਾਬਰ ਕੰਮ ਦੇ ਹਿਸਾਬ ਨਾਲ, ਜੋ ਕਿ ਕੈਪਟਨ ਸਾਹਿਬ ਨੇ ਖੁਦ ਸਾਡੇ ਧਰਨੇ 'ਚ ਆ ਕੇ ਕਿਹਾ ਸੀ, ਉਹਦੇ ਤਹਿਤ ਜਿਹੜੀ ਸਾਡੀ ਤਨਖਾਹ ਆ 40,000 ਕੀਤੀ ਜਾਵੇ। ਇਹੀ ਸਾਡੀ ਅੱਜ ਦੀ ਮੇਨ ਮੰਗ ਆ ਕਿ ਸਾਨੂੰ ਇਹਨਾਂ ਪੋਸਟਾਂ ਦੇ ਉੱਤੇ ਬਿਨਾਂ ਕਿਸੇ ਸ਼ਰਤ, ਬਿਨਾਂ ਕਿਸੇ ਟੈਸਟ ਦੇ ਪੱਕਾ ਕੀਤਾ ਜਾਵੇ। ਔਰ ਜਿਹੜੀਆਂ ਐਨਟੀਟੀ ਦੀਆਂ ਪੋਸਟਾਂ ਸਾਨੂੰ ਇਹਨਾਂ ਨੇ ਕਹਿ ਕੇ ਸਾਡਾ ਧਰਨਾ ਜਿਹੜਾ ਸੰਘਰਸ਼ ਸੀਗਾ ਉਹ ਸਮਾਪਤ ਕਰਾਇਆ ਸੀਗਾ ਕਿ ਤੁਹਾਡੇ ਵਾਸਤੇ ਅਸੀਂ ਐਨਟੀਟੀ ਦੀਆਂ ਪੋਸਟਾਂ ਜਿਹੜੀਆਂ ਵਾ ਸਕੂਲਾਂ 'ਚ ਲਿਆ ਰਹੇ ਆ ਤੇ ਉਹਦੇ ਵਿੱਚ ਤੁਹਾਨੂੰ ਅਸੀਂ ਬਿਨਾਂ ਕਿਸੇ ਸ਼ਰਤ ਤੇ ਪੱਕਾ ਕਰਾਂਗੇ, ਜਿਹਦੇ ਵਿੱਚ ਕਿ ਕੋਈ ਆਬਜੈਕਸ਼ਨ ਵਾਲੀ ਗੱਲ ਨਹੀਂ ਆ, ਕਿਉਂਕਿ ਉਹ ਜਿਹੜੀਆਂ ਐਨਟੀਟੀ ਦੀਆਂ ਪੋਸਟਾਂ ਤੇ ਭਰਤੀ ਆ ਉਹ ਬਿਲਕੁਲ ਰੂਲ ਰੈਗੂਲੇਸ਼ਨ ਦੇ ਅੰਡਰ ਆ ਰਹੀ ਆ, ਕਿਉਂਕਿ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆਈ ਆ 2020 ਵਾਲੀ, ਉਹਦੇ ਵਿੱਚ ਬਕਾਇਦਾ ਲਿਖਿਆ ਕਿ ਐਨਟੀਟੀ ਦੀਆਂ ਪੋਸਟਾਂ ਦੇ ਉੱਤੇ ਉਹਨਾਂ ਟੀਚਰਾਂ ਨੂੰ ਲਗਾਇਆ ਜਾਊਗਾ ਜਿਹੜੇ ਕਿ ਪਹਿਲਾਂ ਹੀ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਆ, ਉਹਨਾਂ ਨੂੰ 6 ਮਹੀਨੇ ਦਾ ਕੋਰਸ ਕਰਵਾ ਕੇ ਤੇ ਉਹਨਾਂ ਪੋਸਟਾਂ ਦੇ ਉੱਪਰ ਪੱਕੇ ਕੀਤਾ ਜਾਊਗਾ। ਦੇਖੋ ਉਹ 6 ਮਹੀਨੇ ਦਾ ਕੋਰਸ ਜਿਹੜਾ ਉਹ ਅਸੀਂ ਕਰ ਚੁੱਕੇ ਆ, ਸਾਰੇ ਟੀਚਰ ਸਾਡੇ ਉਹਨਾਂ ਵਿੱਚੋਂ ਕਲੀਅਰ ਹੋ ਗਏ ਆ, ਈਵਨ ਕਿ ਵੱਡੇ ਤੋਂ ਵੱਡਾ ਟੈਸਟ ਵੀ ਕਲੀਅਰ ਕਰ ਚੁੱਕੇ ਆ। ਪਰ ਜਿਹੜੇ ਟੈਸਟ ਇਹ ਰੱਖਦੇ ਆ ਕੋਈ 2-4 ਨੰਬਰਾਂ ਪਿੱਛੇ ਜਿਹੜੇ ਸਾਡੇ ਟੀਚਰ ਰਹਿ ਜਾਂਦੇ ਆ, ਇੱਕ ਫੈਕਚੁਅਲ ਨੌਲੇਜ ਆ, ਤੇ ਸਰ ਤੁਹਾਨੂੰ ਵੀ ਪਤਾ ਕਿ ਫੈਕਚੁਅਲ ਨੌਲੇਜ ਕਿਸੇ ਉਮਰ ਦੀ ਹੱਦ ਤੱਕ ਹੀ ਯਾਦ ਰਹਿੰਦੀਆਂ ਚੀਜ਼ਾਂ, ਤੇ ਜਿਹੜਾ ਸਾਡਾ ਤਜਰਬਾ ਹੈ ਉਹ ਸਾਡਾ ਬਿਲਕੁਲ ਇਗਨੋਰ ਕੀਤਾ ਜਾ ਰਿਹਾ। ਜੇ ਕਿ ਜੋ ਸਾਡਾ ਤਜਰਬਾ ਨਾ ਉਹ ਇਹਨਾਂ ਤੇ 100 ਨੰਬਰਾਂ ਦੇ ਵਿੱਚੋਂ 70 ਨੰਬਰਾਂ ਤੇ ਭਾਰੂ ਪੈਂਦਾ, ਜਿਹਦਾ ਕਿ ਕੋਈ ਮਾਪਦੰਡ ਨਹੀਂ ਆ। ਅਸੀਂ ਚਾਹੁੰਦੇ ਆ ਕਿ ਉਹ ਤਜਰਬੇ ਨੂੰ ਬੇਸ ਬਣਾ ਕੇ ਬਿਨਾਂ ਕਿਸੇ ਸ਼ਰਤ ਤੋਂ, ਬਿਨਾਂ ਕਿਸੇ ਟੈਸਟ ਤੋਂ ਸਾਨੂੰ ਇਹਨਾਂ ਪੋਸਟਾਂ ਦੇ ਉੱਤੇ ਪੱਕਾ ਕੀਤਾ ਜਾਵੇ। ਤੇ ਜੇਕਰ ਨਹੀਂ ਕੀਤਾ ਜਾਂਦਾ ਸਰ, ਜੇਕਰ ਨਹੀਂ ਕੀਤਾ ਜਾਏਗਾ ਤੇ ਸਾਡਾ ਜਿਹੜਾ ਅਗਲਾ ਸੰਘਰਸ਼ ਅਸੀਂ ਉਲੀਕਿਆ ਹੋਇਆ ਵਾ, ਅਸੀਂ ਹੁਣ ਬਹਿਣ ਵਾਲੇ ਨਹੀਂ ਆ ਜਿੰਨੀ ਦੇਰ ਤੱਕ ਸਾਨੂੰ ਇਹ ਪੋਸਟਾਂ ਸਾਡਾ ਇਹਨਾਂ ਪੋਸਟਾਂ ਤੇ ਸਾਡਾ ਹੱਕ ਆ, ਕਿਉਂਕਿ ਅਸੀਂ ਗਲੀ ਗਲੀ ਜਾ ਕੇ ਘਰ ਘਰ ਜਾ ਕੇ ਬੱਚੇ ਇਕੱਠੇ ਕੀਤੇ ਆ, ਉਹ ਅਸੀਂ ਕੀਤੇ ਆ, ਉਹ ਘਰ ਬੈਠੇ ਲੋਕਾਂ ਨੇ ਨਹੀਂ ਕੀਤੇ। ਜਿਹੜੇ ਘਰ ਬਹਿ ਕੇ ਏਸੀ ਦੇ ਥੱਲੇ ਬਹਿ ਕੇ ਆਰਾਮ ਨਾਲ ਪੜ੍ਹ ਰਹੇ ਆ ਉਹਨਾਂ ਨੇ ਨਹੀਂ ਕੀਤੇ, ਕਿਉਂਕਿ ਸਾਡੇ ਕੋਲ ਤੇ ਪੜ੍ਹਨ ਦਾ ਵੀ ਟਾਈਮ ਨਹੀਂ ਹੈਗਾ। ਕਹਿਣ ਨੂੰ ਛੁੱਟੀਆਂ ਵਾ, ਪਰ ਅਸੀਂ ਛੁੱਟੀਆਂ ਵਿੱਚ ਪੇਰੈਂਟਸ ਮੀਟਿੰਗ ਕਰ ਰਹੇ ਹਾਂ, ਅਸੀਂ ਹਰ ਤਰ੍ਹਾਂ ਦੀ ਡਾਕ ਭੇਜ ਰਹੇ ਹਾਂ, ਅਸੀਂ ਰਾਸ਼ਨ ਰਿਸੀਵ ਕਰ ਰਹੇ ਹਾਂ, ਰਾਸ਼ਨ ਵੰਡ ਰਹੇ ਹਾਂ, ਬੱਚਿਆਂ ਦੇ ਦਾਖਲੇ ਕਰ ਰਹੇ ਹਾਂ, ਸਾਨੂੰ ਕੋਈ ਛੁੱਟੀਆਂ ਨਹੀਂ ਆ। ਸਾਡੇ ਆਪਣੇ ਵੀ ਬੱਚੇ ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਪੜ੍ਹਾਉਣਾ ਆ ਉਹਨਾਂ ਵਾਸਤੇ ਵੀ ਸਾਨੂੰ ਟਾਈਮ ਚਾਹੀਦਾ। ਇਸ ਕਰਕੇ ਹੁਣ ਸਾਡੀ ਏਜ ਨਹੀਂ ਰਹਿ ਗਈ ਕਿ ਅਸੀਂ ਪੜ੍ਹ ਕੇ ਟੈਸਟ ਦੇਈਏ ਜਾਂ ਇਹਨਾਂ ਦੀ ਫੈਕਚੁਅਲ ਨੌਲੇਜ ਦੇ ਆਧਾਰ ਤੇ ਸਾਨੂੰ ਇਹ ਪਰਖਣ ਅਸੀਂ ਕਾਬਿਲ ਹੈਗੇ ਆ ਸਕੂਲਾਂ 'ਚ ਕੰਮ ਕਰਨ ਦੇ। ਸਾਨੂੰ ਬਿਨਾਂ ਕਿਸੇ ਟੈਸਟ ਤੋਂ ਇਹਦੇ ਵਿੱਚ ਪੱਕਾ ਕੀਤਾ ਜਾਵੇ। ਐਨਟੀਟੀ ਦੇ ਟੈਸਟ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ, ਅਸੀਂ ਐਨਟੀਟੀ ਦਾ ਟੈਸਟ ਨਹੀਂ ਦੇਵਾਂਗੇ ਤੇ ਇਸ ਲਈ ਸਾਨੂੰ ਜਿਹੜੀ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਐਨਟੀਟੀ ਦੀਆਂ ਪੋਸਟਾਂ ਤੇ ਪੱਕਾ ਕੀਤਾ ਜਾਊਗਾ, ਉਹ ਪੋਸਟਾਂ ਦੇ ਪਾਲਿਸੀ ਦੇ ਤਹਿਤ ਬਿਨਾਂ ਕਿਸੇ ਟੈਸਟ ਤੋਂ ਸਾਨੂੰ ਉਹਨਾਂ ਪੋਸਟਾਂ ਤੇ ਪੱਕਾ ਕੀਤਾ ਜਾਵੇ। ਔਰ ਜਿੰਨੀ ਦੇਰ ਇਹ ਟੈਸਟ ਪ੍ਰੋਸੈਸ ਚੱਲਦਾ ਹੈ ਸਾਨੂੰ ਰੈਗੂਲਰ ਕਰਨ ਦਾ, ਉਨੀ ਦੇਰ ਜਿਹੜੀ ਸਾਡੀ ਤਨਖਾਹ ਆ ਕੈਪਟਨ ਸਾਹਿਬ ਦੇ ਕਹਿਣ ਦੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦੇ ਤਹਿਤ ਸਾਡੀ 40,000 ਤਨਖਾਹ ਕੀਤੀ ਜਾਵੇ। ਕੱਚੇ ਅਧਿਆਪਕ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਉਹ ਉਹਨਾਂ ਨੇ ਆਪਣੀ ਸਰਵਿਸ ਰੈਗੂਲਰ ਕਰਾਉਣ ਵਾਸਤੇ ਦਿੱਤਾ ਗਿਆ ਹੈ। ਉਹਨਾਂ ਦੀ ਮੇਨ ਮੰਗ ਹੈ ਕਿ ਸਾਡਾ ਜਿਹੜਾ ਮੰਗ ਪੱਤਰ ਸਰਕਾਰ ਨੂੰ ਭੇਜ ਦਿੱਤਾ ਜਾਵੇ ਤੇ ਸਾਡੇ ਵੱਲੋਂ ਸਰਕਾਰ ਨੂੰ ਇਹਨਾਂ ਦਾ ਮੰਗ ਪੱਤਰ ਭੇਜ ਦਿੱਤਾ ਜਾਵੇ ਤੇ ਸਰਕਾਰ ਵੱਲੋਂ ਹੀ ਇਹਦੇ ਉੱਤੇ ਕੋਈ ਕਾਰਵਾਈ ਕੀਤੀ ਜਾਣੀ ਹੈ। ਸਰ, ਉਹ ਕਹਿੰਦੇ ਕਾਫੀ ਦੇਰ ਤੋਂ ਅਸੀਂ ਕੱਚੇ ਹੋ ਰਹੇ ਹਾਂ, ਪਰ ਸਰਕਾਰ ਨੂੰ ਕਈ ਵਾਰੀ ਨੋਟਿਸ ਭੇਜੇ ਪਰ ਲੇਕਿਨ ਕੋਈ ਹੱਲ ਨਹੀਂ ਹੋਇਆ। ਇਹਦੇ ਸੰਬੰਧੀ ਮੈਨੂੰ ਕੁਝ ਨਹੀਂ ਪਤਾ ਗਾ, ਕਿਉਂਕਿ ਮੇਰੇ ਕੋਲ ਤਾਂ ਇਹ ਪਹਿਲੀ ਵਾਰੀ ਹੋਇਆ। ਅੱਛਾ, ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ। ਪਿਓਰ ਵਾਟਰ ਹੈਲਥੀ ਲਾਈਫ NGO ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋਮਜਾਰਾ ਰਾਣੂਆ ਤੋਂ ਸ਼ੁਰੂ। NRI ਤੇ ਦਾਨੀ ਸੱਜਣਾ ਨੂੰ ਅਪੀਲ ਕਿ ਆਓ ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਈਡ, ਪੇਟ ਗੈਸ, ਪੀਲੀਆ, ਜੋੜਾਂ ਦਾ ਦਰਦ, ਕਬਜ਼, ਬੁਖਾਰ ਤੇ ਕੈਂਸਰ ਤੋਂ ਬਚਾਈਏ। ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ ਪਰਮਜੀਤ ਸਿੰਘ ਰਾਣਾ ਪੰਜਾਬ 7009 80 70 83 ਅਤੇ ਰਘੁਵੀਰ ਸਿੰਘ ਆਸਟ੍ਰੇਲੀਆ 042 67 59 463।